चंडीगढ़ ब्लास्ट मामले ਨੂੰ ਲੈ ਕੇ ਡੀਜੀਪੀ ਗੌਰਵ ਯਾਦਵ ਕਰਨਗੇ ਵੱਡੇ ਖੁਲਾਸੇ। ਦੁਪਹਿਰ 3 ਵਜੇ ਅਹਿਮ ਪ੍ਰੈਸ ਕਾਨਫਰੰਸ गिरफ्तार ਕੀਤੇ ਦੋ ਮੁੱਖ ਮੁਲਜ਼ਮਾਂ ਨੂੰ ਲੈ ਕੇ ਦੇਣਗੇ ਜਾਣਕਾਰੀ। ਅਕਾਲੀ ਦਲ ਪੁਨਰ ਸੁਰਜੀਤ ਨੂੰ ਛੱਡ ਕੇ ਜਾਣ ਵਾਲੇ ਮੱਖਣ ਬਰਾੜ ਤੇ ਗਿਆਨੀ ਹਰਪ੍ਰੀਤ ਸਿੰਘ ਦਾ ਪਲਟਵਾਰ। ਬੋਲੇ ਤੁਸੀਂ ਮੈਨੂੰ ਦੱਸ ਰਹੇ ਬੀਜੇਪੀ ਦਾ ਬੰਦਾ, ਪਰ ਤੁਹਾਡੇ ਪਿਤਾ ਤੋਤਾ ਸਿੰਘ ਰਹੇ ਨੇ ਬੀਜੇਪੀ ਦੇ ਵੱਡੇ ਆਗੂਆਂ ਦੇ ਕਰੀਬੀ। सौरभ भारद्वाज का राघव चड्डा ते वड्डा इल्जाम। कहा राघव चड्डा ने एक्स तो हटाए बीजेपी के विरोध वाले पोस्ट, सिर्फ मोदी ते बीजेपी की तारीफ वाले दिख रहे दो ट्वीट। बीजेपी दफ्तर के ब्लास्ट मामले के वड्डा खुलासा। पेशी के वजों ट्राई सिटी च राइडर सन मुलजम अमन ते गुरतेज। अमन करदा सी कार ड्राइविंग तो पिछले 3 साल तो गुरतेज से बाइक राइडर। ਫਿਰੋਜ਼ਪੁਰ ਦੇ ਵਿੱਚ ਐਸਐਚਓ ਤੇ ਏਐਸਆਈ ਦੇ ਵਿਚਾਲੇ ਹੋਈ ਬਹਿਸ। ਇੱਕ ਸ਼ਖਸ ਨੂੰ ਛੱਡਣ ਨੂੰ ਲੈ ਕੇ ਹੋਈ ਤਕਰਾਰ। ਐਸਐਚਓ ਨੇ ਏਐਸਆਈ ਤੇ ਲਗਾਏ ਗਲਤ ਵਿਵਹਾਰ ਦੇ ਇਲਜ਼ਾਮ। ਚੰਡੀਗੜ੍ਹ ਦੇ ਵਿੱਚ ਮਕਾਨਾਂ ਦੇ ਵਿੱਚ ਬਦਲਾਅ ਕਰਨ ਤੇ ਹਾਊਸਿੰਗ ਬੋਰਡ ਸਖਤ। ਘਰ ਮਾਲਕਾਂ ਨੂੰ ਦਿੱਤਾ 1 ਮਹੀਨੇ ਦਾ ਸਮਾਂ। ਕਿਹਾ ਘਰਾਂ ਦੇ ਵਿੱਚ ਮੁੜ ਤੋਂ ਬਣਾਏ ਜਾਣ, ਹਟਾਏ ਗਏ ਪਿੱਲਰ ਅਤੇ ਕੰਧਾਂ। ਮੀਂਹ ਦੇ ਕਾਰਨ ਨੁਕਸਾਨੀ ਗਈਆਂ ਫਸਲਾਂ ਨੂੰ ਲੈ ਕੇ ਸਰਵਨ ਸਿੰਘ ਪੰਧੇਰ ਨੇ ਚੁੱਕੇ ਸਵਾਲ। ਬੋਲੇ ਕਿਸੇ ਵੀ ਅਧਿਕਾਰੀ ਨੇ ਨਹੀਂ ਕਿਸਾਨਾਂ ਦੀ ਸਾਰ, ਤੁਰੰਤ ਗਿਰਦਾਵਰੀ ਕਰਾਉਣ ਦੇ ਹੁਕਮ ਦੇਵੇ ਪੰਜਾਬ ਸਰਕਾਰ। ਮਾਨਸਾ ਦੇ ਪਿੰਡ ਹੋੜਲਾ ਕਲਾਂ ਦੇ ਵਿੱਚ ਮਹਿਲਾ ਤੋਂ 17,41,000 ਰੁਪਏ ਦੀ ਠੱਗੀ। ਜੋਤਸ਼ੀ ਨੇ ਪਰਿਵਾਰ ਤੇ ਸੰਕਟ ਹੋਣ ਦਾ ਡਰਾਵਾ ਦੇ ਕੇ ਮਹਿਲਾ ਨੂੰ ਬਣਾਇਆ ਨਿਸ਼ਾਨਾ। 11 ਤੋਲੇ ਸੋਨਾ ਤੇ ਕੈਸ਼ ਲੈ ਕੇ ਹੋਇਆ ਫਰਾਰ। इस न्यूज हेडलाइंस के प्रायोजक पतंजलि गाय का घी, माँ का भरोसा, प्यार से परोसा। सत श्री अकाल। समय बुलेटिन ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ। मैं ਤੁਹਾਡੇ ਨਾਲ ਗੁਰਜੋਤ ਸੰਧੂ। ਤਾਂ ਸ਼ੁਰੂਆਤ ਕਰਦੇ ਹਾਂ ਬੁਲੇਟਿਨ ਦੀ। ਚੰਡੀਗੜ੍ਹ ਬਲਾਸਟ ਮਾਮਲੇ ਨੂੰ ਲੈ ਕੇ ਵੱਡੀ ਖਬਰ ਹੈ। ਦੁਪਹਿਰ 3 ਵਜੇ ਡੀਜੀਪੀ ਪ੍ਰੈਸ ਕਾਨਫਰੰਸ ਕਰਨਗੇ। ਡੀਜੀਪੀ ਪੰਜਾਬ ਦੇ ਵੱਲੋਂ ਅਹਿਮ ਜਾਣਕਾਰੀ ਦਿੱਤੀ ਜਾਏਗੀ। ਗੌਰਵ ਯਾਦਵ ਦੇ ਵੱਲੋਂ ਪੂਰਾ ਵੇਰਵਾ ਦਿੱਤਾ ਜਾਣਾ ਹੈ ਸਾਰੇ ਮਾਮਲੇ ਨੂੰ ਲੈ ਕੇ ਔਰ ਖਾਸ ਤੌਰ ਤੇ ਗ੍ਰਿਫਤਾਰੀਆਂ ਨੂੰ ਲੈ ਕੇ। ਤਾਂ ਗ੍ਰਿਫਤਾਰ ਕੀਤੇ ਦੋ ਮੁੱਖ ਮੁਲਜ਼ਮਾਂ ਨੂੰ ਲੈ ਕੇ ਖੁਲਾਸੇ ਜਿਹੜੇ ਨੇ ਕੀਤੇ ਜਾਣਗੇ। ਮੁੱਖ ਮੁਲਜ਼ਮ ਅਮਨ ਅਤੇ ਗੁਰਤੇਜ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਔਰ ਇਸ ਦੇ ਵਿੱਚ ਹੁਣ ਤੱਕ ਜੋ ਜਾਣਕਾਰੀ ਮਿਲੀ ਹੈ, ਜਿਸ ਤਰੀਕੇ ਦੇ ਨਾਲ जो खुलासे होए ने और इस तो यह पता लग गया है कि उन्होंने ये मन्निया और दस्या है कि दोवें जने ने वो राइडर सन। एक जना कार ड्राइव करता सी और एक जना बाइक राइडर सी और चंडीगढ़ के हर हिस्से का और इवन चंडीगढ़ नहीं बल्कि ट्राई सिटी के हर हिस्से की उन्होंने जानकारी सी। तो तस्वीरें भी असीं तुहानूं दूजे पासे दिखा रहे हैं और कुल मिला के 3 बजे प्रेस कॉन्फ्रेंस जी पूरी की जानी है। पूरा वेरवा डीजीपी गौरव यादव के वालों दिता जाएगा क्योंकि ਜਿਹੜੀਆਂ गिरफ्तारियां ਹੋਈਆਂ ਨੇ ਉਹ ਸਿੱਧੇ ਤੌਰ ਤੇ ਸਾਂਝੇ ਆਪਰੇਸ਼ਨ ਦੇ ਤਹਿਤ ਜ਼ਰੂਰ ਹੋਈਆਂ ਨੇ। ਹਾਲਾਂਕਿ ਇਸ ਦਾ ਜ਼ਿਕਰ ਪਿਛਲੇ ਦਿਨਾਂ ਦੇ ਵਿੱਚ ਸੀਐਮ ਮਾਨ ਨੇ ਕੀਤਾ ਸੀ ਕਿ ਜੇਕਰ ਪੰਜਾਬ ਪੁਲਿਸ ਇਸ ਦੇ ਵਿੱਚ ਗ੍ਰਿਫਤਾਰੀ ਕਰ ਰਹੀ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਹੈ ਕਿ ਸਿਰਫ ਸਾਡੀ ਕੋਈ ਇਸ ਦੇ ਵਿੱਚ ਕੁਤਾਹੀ ਰਹੀ ਹੈ ਇਸ ਮਾਮਲੇ 'ਚ, ਬਲਕਿ ਅਸੀਂ ਯੋਗਦਾਨ ਕਰ ਰਹੇ ਹਾਂ, ਅਸੀਂ ਯੋਗਦਾਨ ਪਾ ਰਹੇ ਹਾਂ, ਪੰਜਾਬ ਪੁਲਿਸ ਯੋਗਦਾਨ ਪਾ ਰਹੀ ਹੈ। ਤਾਂ ਕੁੱਲ ਮਿਲਾ ਕੇ ਇਸ ਵੇਲੇ ਜਿਹੜੇ ਇਸ ਮਾਮਲੇ ਦੀ ਗੱਲ ਕੀਤੀ ਜਾਏ ਬਲਾਸਟ ਮਾਮਲੇ ਦੀ ਤਾਂ ਤਿੰਨੋਂ ਜਿਹੜੀਆਂ ਟੀਮਾਂ ਨੇ ਮਿਲ ਕੇ ਕੰਮ ਕਰ ਰਹੀਆਂ ਨੇ ਔਰ ਇਸ ਦੇ ਵਿੱਚ ਪੰਜਾਬ ਪੁਲਿਸ ਅਤੇ ਚੰਡੀਗੜ੍ਹ ਪੁਲਿਸ ਖਾਸ ਤੌਰ ਤੇ ਸਾਂਝੇ ਤੌਰ ਤੇ ਆਪਰੇਸ਼ਨ ਕਰ ਰਹੀ ਹੈ। ਤਾਂ ਅਹਿਮ ਖੁਲਾਸੇ ਜਿਹੜੇ ਨੇ ਉਹ ਕੀਤੇ ਜਾਣੇ ਨੇ, ਜਿਸ ਦੇ ਵਿੱਚ ਹੁਣ ਤੱਕ ਜੋ ਪਤਾ ਲੱਗਿਆ ਹੈ ਇਹ ਦੋਵੇਂ ਜਿਹੜੇ ਨੇ ਉਹ ਡਰਾਈਵਿੰਗ ਦਾ ਕੰਮ ਕਰਦੇ ਸਨ। ਦੇਖੋ ਪਿਛਲੇ ਸਮਿਆਂ ਦੇ ਵਿੱਚ ਜਿਹੜੇ ਕੈਬ ਦੀਆਂ ਹੜਤਾਲ ਹੁੰਦੀਆਂ ਨੇ, ਹੜਤਾਲਾਂ ਦੇ ਵਿੱਚ ਸਿੱਧੇ ਤੌਰ ਤੇ ਉਹਨਾਂ ਦਾ ਯੂਨੀਅਨ ਦੇ ਪ੍ਰਧਾਨਾਂ ਦਾ ਇਹੀ ਕਹਿਣਾ ਹੁੰਦਾ ਹੈ ਕਿ ਅੱਜ ਕੱਲ੍ਹ ਜੋ ਸਿਸਟਮ ਬਹੁਤ ਜ਼ਿਆਦਾ ਸੌਖਾ ਕਰ ਦਿੱਤਾ ਹੈ। ਕਿਸੇ ਨੂੰ ਵੀ ਜਿਹੜਾ ਕੰਮ ਜਿਹੜਾ ਦਿੱਤਾ ਜਾ ਰਿਹਾ ਹੈ ਉਸਦਾ ਪਛਾਣ ਜਿਹੜੀ ਹੈ ਉਸਦੀ ਉਸ ਤਰੀਕੇ ਦੇ ਨਾਲ ਡਾਕੂਮੈਂਟਸ ਨਹੀਂ ਲਏ ਜਾਂਦੇ। ਤਾਂ ਇਹ ਸਾਰੇ ਇਸ਼ੂਜ਼ ਪਿਛਲੇ ਦਿਨਾਂ ਦੇ ਵਿੱਚ ਆਏ ਨੇ। ਸਿੱਧਾ ਰੁਕ ਕਰਾਂਗੇ। ਮਨੋਜ ਰਾਠੀ ਮੇਰੇ ਸਹਿਯੋਗੀ ਇਸ ਵੇਲੇ ਲਾਈਵ ਮੌਜੂਦ ਨੇ। ਮਨੋਜ, ਵੱਡੇ ਖੁਲਾਸੇ ਜਿਹੜੇ ਨੇ ਡੀਜੀਪੀ ਗੌਰਵ ਯਾਦਵ ਇਹਨਾਂ ਮੁਲਜ਼ਮਾਂ ਨੂੰ ਲੈ ਕੇ ਕਰਨਗੇ। ਉਸ ਤੋਂ ਪਹਿਲਾਂ ਆਪਾਂ ਜਾਣਕਾਰੀ ਲਗਾਤਾਰ ਸਾਂਝੀ ਕਰ ਰਹੇ ਦਰਸ਼ਕਾਂ ਦੇ ਨਾਲ ਕਿ ਇਹ ਦੋਵੇਂ ਰਾਈਡਰ ਸਨ। ਟਰਾਈ ਸਿਟੀ ਦੇ ਇੱਕ ਕੋਨੇ ਦਾ ਇਹਨਾਂ ਨੂੰ ਪਤਾ ਸੀ, ਖਾਸ ਤੌਰ ਤੇ ਚੰਡੀਗੜ੍ਹ ਦੀ ਗੱਲ ਕੀਤੀ ਜਾਵੇ ਔਰ ਬਹੁਤ ਆਸਾਨੀ ਦੇ ਨਾਲ ਇਹਨਾਂ ਨੇ ਉਸ ਵਾਰਦਾਤ ਨੂੰ ਅੰਜਾਮ ਵੀ ਦਿੱਤਾ। तो बिल्कुल गुरजोत, क्योंकि जिदा तुसी भी जिक्र कर रहे हो कि बहुत ही शातिर तरीके दे नाल, क्योंकि हर कोई ये सस्पेंस दे विच सीगा कि आखिर शातिर जिहड़े ने, क्योंकि असीं उस दिन भी ये गल कर रहे सी कि बहुत ही शातिर तरीके दे नाल वारदात नूं अंजाम देण तो बाद ਜਿਹੜੇ ਦੋਵੇਂ ਬਦਮਾਸ਼ ਨੇ ਉਹ ਆਰਾਮ ਨਾਲ ਫਰਾਰ ਹੋ ਜਾਂਦੇ ਨੇ ਔਰ ਜਦ ਬਾਅਦ ਚ ਪਤਾ ਲੱਗਦਾ ਹੈ ਕਿ ਉਹ ਪਹਿਲਾਂ ਸਕੂਟੀ ਤੇ ਆਂਦੇ, ਉਸ ਤੋਂ ਬਾਅਦ ਜਿਹੜੀ ਬੱਸ ਹੈ ਸੀਟੀਯੂ ਦੀ ਬੱਸ ਹੈ, ਉਸ ਤੋਂ ਬਾਅਦ ਉਹ ਖਰੜ ਪਹੁੰਚ ਜਾਂਦੇ, ਖਰੜ ਤੋਂ ਅੱਗੇ ਉਹ ਨਿਕਲ ਜਾਂਦੇ ਨੇ। ਲੇਕਿਨ ਦੇਖੋ ਇਹਦੇ ਵਿੱਚ 2-3 ਚੀਜ਼ਾਂ ਹੁਣ ਨਿਕਲ ਕੇ ਲਗਾਤਾਰ ਸਾਹਮਣੇ ਆ ਰਹੀਆਂ ਕਿ ਕਿਸ ਤਰ੍ਹਾਂ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ। ਅਮਨ ਤੇ ਜਿਹੜਾ ਗੁਰਤੇਜ ਹੈ
ਉਹ ਦੋਵੇਂ ਹੀ ਇੱਕ ਗੁਰਤੇਜ ਜਿਹੜਾ ਹੈਗਾ ਉਹ ਬਾਈਕ ਰਾਈਡਰ ਹੈ, ਯਾਨੀ ਕਿ ਉਹਨੂੰ ਸਾਰੇ ਟਰਾਈ ਸਿਟੀ ਦੇ ਬਾਰੇ ਪੂਰਾ ਪਤਾ ਸੀਗਾ, ਇੱਕ ਇੱਕ ਚੱਪੇ ਦਾ ਉਹਨੂੰ ਪਤਾ ਸੀਗਾ ਕਿੱਥੇ ਕਿਹੜੀ ਗਲੀ ਜਾਂਦੀ ਹੈ, ਕਿਹੜਾ ਰੋਡ ਜਾਂਦਾ ਹੈ, ਕਿਹੜਾ ਸੈਕਟਰ ਕਿੱਥੇ ਹੈ, ਸਾਰੀ ਚੀਜ਼ਾਂ ਦਾ। ਦੂਜੇ ਪਾਸੇ ਅਮਨ, ਕਿਉਂਕਿ ਦੇਖੋ ਇਹਦੇ ਵਿੱਚ ਦੋ ਕੜੀ ਨੇ, ਦੋ ਮੇਨ ਇਹਦੇ ਵਿੱਚ ਬਦਮਾਸ਼ ਨੇ ਕਹਿ ਸਕਦੇ ਆ ਅਸੀਂ। ਇੱਕ ਅਮਨ ਜਿਨੇ ਇਹ ਬੰਬ ਸੁੱਟਿਆ ਔਰ ਦੂਜਾ ਗੁਰਤੇਜ ਜੋ ਕਿ ਉਹਦੇ ਨਾਲ ਸੀ ਜਿਹਨੇ ਵੀਡੀਓ ਬਣਾਈ ਹੈ, ਜਿਹੜੀ ਹੁਣ ਤੱਕ ਦੀ ਜਾਣਕਾਰੀ ਸਾਹਮਣੇ ਆਈ ਹੈ। 3 ਵਜੇ ਡੀਜੀਪੀ ਗੌਰਵ ਯਾਦਵ ਪੰਜਾਬ ਇਹਦੇ ਵਿੱਚ ਖੁਲਾਸਾ ਕਰਨਗੇ, ਕਿਉਂਕਿ 5 ਗ੍ਰਿਫਤਾਰੀਆਂ ਤਾਂ ਪਹਿਲਾਂ ਦਿਖਾ ਦਿੱਤੀ, 3 ਨਵਾਂ ਸ਼ਹਿਰ ਦੇ, ਇੱਕ ਸ਼ਿਮਲਾ ਦਾ ਤੇ ਇੱਕ ਸੰਗਰੂਰ ਦਾ। ਇਹਨਾਂ ਨੇ ਸਾਰੀ ਲੌਜਿਸਟਿਕ ਚੀਜ਼ਾਂ ਮੁਹੱਈਆ ਕਰਾਈ ਔਰ ਕਿਸ ਤਰ੍ਹਾਂ ਇਹ ਕਿਹੜੇ-ਕਿਹੜੇ ਰੂਟ ਤੋਂ ਗ੍ਰੇਨੇਡ ਜਿਹੜਾ ਹੈ ਉਹ ਹਥਿਆਰ ਇੱਥੇ ਪਹੁੰਚਿਆ ਹੈ, ਉਹ ਸਾਰੇ ਬਾਰੇ ਜਿਹੜੀ ਹੈਗੀ ਹੈ ਜਾਣਕਾਰੀ ਇਹਨਾਂ ਨੂੰ ਸਾਰਿਆਂ ਨੂੰ ਪਤਾ ਸੀ ਔਰ ਸਾਰਿਆਂ ਦੀ ਇਨਵੋਲਵਮੈਂਟ ਇਹਦੇ ਵਿੱਚ ਸਾਹਮਣੇ ਆਈ ਹੈ, ਕਿਉਂਕਿ ਦੇਖੋ ਫੰਡਿੰਗ ਵੀ ਹੋਈ ਹੈ ਔਰ ਇਹਦੇ ਵਿੱਚ ਕਹਿ ਸਕਦੇ ਹਾਂ ਲੌਜਿਸਟਿਕ ਚੀਜ਼ਾਂ ਵੀ ਮੁਹੱਈਆ ਕਰਾਈਆਂ। ਤਾਂ ਬਹੁਤ ਸਾਰੀ ਚੀਜ਼ਾਂ ਜਿਸ ਨੂੰ ਲੈ ਕੇ ਹੁਣ ਲਗਾਤਾਰ ਇਹਦੇ ਵਿੱਚ ਜਿਹੜਾ ਇਨਵੈਸਟੀਗੇਸ਼ਨ ਹੈ ਉਹ ਕੀਤੀ ਜਾ ਰਹੀ ਹੈ, ਕਿਉਂਕਿ ਇਹਦੇ ਵਿੱਚ 2-3 ਚੀਜ਼ਾਂ ਬਹੁਤ ਅਹਿਮ ਹੈ। ਔਰ ਡੀਜੀਪੀ ਪੰਜਾਬ ਗੌਰਵ ਯਾਦਵ ਵੱਲੋਂ ਅੱਜ 3 ਵਜੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਜਾਣੀ ਹੈ ਉਹਦੇ ਵਿੱਚ ਇਹ ਖੁਲਾਸਾ ਕਰਨਗੇ, ਜਿਹੜੇ ਸੋਰਸਿਸ ਵੀ ਜਾਣਕਾਰੀ ਦੇ ਰਹੇ ਕਿ ਦੋਵਾਂ ਦੀ ਗ੍ਰਿਫਤਾਰੀ ਵੀ ਸ਼ੋਅ ਕਰ ਦਿੱਤੀ ਗਈ ਹੈ ਔਰ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ, ਪੰਜਾਬ ਦਾ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਨੇ ਦੋਨੋਂ ਜਿਹੜੇ ਐਕਿਊਜ਼ਡ ਹੈ ਉਹਨਾਂ ਦੀ ਗ੍ਰਿਫਤਾਰੀ ਕਰ ਲਈ ਹੈ। ਦੇਖੋ ਇਹਦੇ ਵਿੱਚ ਬਹੁਤ ਅਹਿਮ ਹੈ, ਉਹਨਾਂ ਦੇ ਕੋਲੋਂ ਪਿਸਟਲ ਵੀ ਰਿਕਵਰ ਕੀਤੀ ਗਈ ਹੈ, ਜਿਹੜੇ ਦੇਖੋ ਹਥਿਆਰ ਵੀ ਬਰਾਮਦ ਹੋਏ ਨੇ, ਗ੍ਰੇਨੇਡ ਵੀ ਬਰਾਮਦ ਹੋਇਆ ਹੈ, ਬਹੁਤ ਵੱਡੇ ਖੁਲਾਸੇ ਵੀ ਹੋ ਸਕਦੇ ਨੇ। ਬਹੁਤ ਹਲਕੀ ਉਮਰ ਦੇ ਨੌਜਵਾਨ ਨੇ, ਦੇਖੋ ਇਹ ਮਨੋਜ ਜੋ ਤਸਵੀਰਾਂ ਵੀ ਅਸੀਂ ਦਰਸ਼ਕਾਂ ਨੂੰ ਦਿਖਾ ਰਹੇ ਹਾਂ। ਤਾਂ ਖੈਰ 3 ਵਜੇ ਤੱਕ ਦਾ ਇੰਤਜ਼ਾਰ ਕਰਦੇ ਹਾਂ ਕਿ ਕੁਝ ਹੋਰ ਡੀਜੀਪੀ ਗੌਰਵ ਯਾਦਵ ਜਾਣਕਾਰੀ ਦੇਣਗੇ, ਦੇਖਣਾ ਹੋਏਗਾ। ਬਹੁਤ ਬਹੁਤ ਸ਼ੁਕਰੀਆ ਫਿਲਹਾਲ। ਔਰ ਕੁੱਲ ਮਿਲਾ ਕੇ ਸਾਜ਼ਿਸ਼ ਕਿਸ ਦੀ ਸੀ, ਕੌਣ ਟਾਰਗੇਟ ਤੇ ਸੀ, ਇਹ ਸਾਰੇ ਸਵਾਲ ਬਣੇ ਹੋਏ ਨੇ। ਇਸ ਦੇ ਵਿਚਕਾਰ ਸਿੱਧਾ ਚੱਲਾਂਗੇ ਜੀਂਦ, जिथे सीएम नायब सैनी बोल रहे हैं। अपने बच्चों के भविष्य को ही सुरक्षित करने का काम आप लोगों की वोट लेकर के किया है, लेकिन हमने इस क्षेत्र का हक सूद समेत लौटाने का काम ये हमारी सरकार ने किया है। साथियों, मैं ये भी बताना चाहूंगा कि आपने जिस विश्वास के साथ हमें लगातार तीसरी बार हरियाणा के लोगों की सेवा करने का मौका दिया है, वह हमारे लिए एक बहुत बड़ी जिम्मेवारी है। साथियों, यह जनादेश हमें यह याद दिलाता है कि हमें और अधिक सजग और अधिक समर्पण भाव से आज गति से काम करना है और हर एक उस वादे को हमने पूरा करना है जो हमने आपसे किया है। साथियों, हमने जो कहा है उस बात को हमारी सरकार ने पूरा किया है। साथियों, इसका प्रमाण है, मैं यह भी आप लोगों को बताना चाहूंगा कि हमने पिछले विधानसभा के चुनाव में यहीं जिंद की ऐतिहासिक भूमि पर मैं सबसे पहले जब मैंने अपना चुनाव प्रचार का प्रारंभ किया था, सबसे पहले मैं आप लोगों के बीच में आपका आशीर्वाद लेने के लिए आया था और मुझे ये गर्व है कि आपने वो भरपूर आशीर्वाद दिया है और उसका परिणाम है कि मैंने आपसे इसी भूमि के ऊपर 217 संकल्पों का एक वायदा किया था और 1 साल हमारी सरकार को हुआ है। आपके आशीर्वाद से हमने 60 संकल्पों को आज उसके पूरा कर दिया है। 157 संकल्पों के ऊपर गति से काम चल रहा है। हमने जो कहा है उसको पूरा किया है। साथियों, आज अगर हरियाणा के विकास के नए कीर्तिमान आज हरियाणा स्थापित कर रहा है, इसके पीछे देश के यशस्वी प्रधानमंत्री आदरणीय नरेंद्र मोदी जी का वो विजन है, उनका आशीर्वाद है। साथियों, उस आशीर्वाद और विजन से हम गति से इसमें काम कर रहे हैं। साथियों, मुझे ये भी खुशी है कि आदरणीय मोदी जी ने जो एक संकल्प लिया है, उन्होंने 2047 विकसित भारत का एक संकल्प हम सबको दिया है। ये संकल्प केवल एक देशवासियों के सामने रखा गया एक लक्ष्य नहीं है, बल्कि यह एक आंदोलन है कि हमने देश को गति से आगे बढ़ाना है। साथियों, हम सब ने मिलकर के ये संकल्प लिया है कि आदरणीय प्रधानमंत्री जी के उस संकल्प को
गति से पूरा करने का काम ये हरियाणा करेगा और उसमें विकसित हरियाणा को आगे बढ़ाने का काम, आप लोगों के सपने साकार करने का काम, विकसित भारत के सपनों को साकार करने का काम ये हमारी हरियाणा की सरकार वो करेगी। साथियों, हमारी सरकार का जो उद्देश्य है वो उद्देश्य राष्ट्र प्रथम है कि उस राष्ट्र प्रथम की नीति पर हम चलते हुए हर संकट में भारत के साथ, भारत के लोगों के साथ खड़ी हुई ये सरकार दिखाई देती है, नरेंद्र मोदी जी के नेतृत्व में दिखाई देती है। साथियों, माननीय प्रधानमंत्री जी का मैं आभार व्यक्त करना चाहूंगा। जब भी देश के ऊपर कोई प्राकृतिक आपदाई वैश्विक संकट आया, आदरणीय नरेंद्र मोदी जी देश के लोगों के साथ कंधे से कंधा मिलाकर के खड़े हुए दिखाई दिए। साथियों, मुझे गर्व है ऐसे प्रधानमंत्री के ऊपर। अगर कोरोना का कालखंड आता है, कोरोना के कालखंड में जब ना दवाई वैक्सीन होती है, परिवार के लोग भी दूर चले जाते हैं, उस समय में नरेंद्र मोदी जी देश के लोगों के साथ खड़े हुए दिखाई देते हैं। और साथियों, जब भी कहीं विश्व में कोई आपदा आई है, आदरणीय नरेंद्र मोदी जी ने भारतीयों को सुरक्षित भारत लाने का काम नरेंद्र मोदी जी ने किया है। साथियों, आज भी जब ये मिडिल ईस्ट की लड़ाई चल रही है और इस मिडिल ईस्ट की लड़ाई के अंदर जब पूरी दुनिया प्रभावित है, तेल, गैस, डीजल और पेट्रोल के दाम आसमान छू रहे हैं, मैं धन्यवाद करना चाहूंगा आदरणीय नरेंद्र मोदी जी का कि उन्होंने इसके ऊपर एक्साइज ड्यूटी को कम करके भारत के लोगों को एक बड़ी राहत देने का काम ये नरेंद्र मोदी जी ने किया है। साथियों, मुझे ये दुख भी होता है, मुझे ये दुख होता है क्योंकि विपक्ष के लोग, उनके पास कोई मुद्दा, कोई साथियों उनके पास नीति नहीं बची है। जब भी कोई बीमारी या आपदा की घड़ी होती है, मेरे विपक्ष के कांग्रेस के लोग राजनीति ढूंढना शुरू कर देते हैं और उसमें अपनी राजनीतिक भाइयों इच्छा शक्ति को वो तलाशते हैं। वैश्विक संकट के अंदर भी वो अपनी राजनीति करते हैं और लोगों के बीच में झूठ और भ्रम फैला करके गुमराह करने का काम एक कांग्रेस के लोग करते हैं। परंतु मैं आप लोगों को विश्वास देना चाहता हूं, एक बात कहना चाहता हूं, हरियाणा के अंदर ना पेट्रोल, ना डीजल और ना गैस की कोई कमी नहीं आने देंगे। ये विपक्ष के लोग साथियों उनको गुमराह करने का काम कर रहे हैं। हमने साथियों इस आड़ के अंदर जिन लोगों ने काला बाजारी की है, मैं उनको भी ये चेताना चाहता हूं कि वो काला बाजारी से बचें, लोगों को परेशानी में न डालें। अगर कोई काला बाजारी करेगा उसके खिलाफ सख्त कार्रवाई हमारी सरकार करेगी और अब तक हमने कई कार्रवाई भी उसके अंदर की है। साथियों, हमारी सोच है कि रसोई गैस हर माँ के, हर बहन की रसोई में पहुंचे, क्योंकि सबसे बड़ी दिक्कत वो उनको होती है। और इसके लिए हमने रसोई गैस की पाइपलाइन बिछाने के लिए जो 1 किलोमीटर 3 लाख रुपया उसके ऊपर चार्ज लगता था, उसको कम करके मात्र 1000 रुपया 1 किलोमीटर का किया है। इससे लगभग 13 लाख से ज्यादा ऐसे हमारे घरों को सीधी पीएनजी की कनेक्शन देने का वो लक्ष्य पूरा होगा। साथियों, मैं ये भी विश्वास दिलाता हूं कि सरकार ने तेल के व गैस की आपूर्ति को निर्बाध बनाए रखने के लिए हमारी सरकार पूर्ण रूप से सतर्क है। साथियों, हमारी नॉन स्टॉप ये डबल इंजन की सरकार, जिसका एक विजन है, आदरणीय मोदी जी ने जो एक मंत्र दिया है, सबका साथ, सबका विकास, सबका विश्वास और सबके प्रयास से हम योजनाओं को निरंतर धरातल पर उतारने का काम गति से हमारी सरकार कर रही है। साथियों, हमने हर क्षेत्र, हर वर्ग के कल्याण के लिए कई योजनाएं हमारी सरकार ने बनाई हैं और इन्हें हमें पारदर्शिता से उसको धरातल पर उतारने का काम भी हमारी सरकार कर रही है। हमने इस हल्के के विकास कार्यों के लिए
साथियों मैं बताना चाहूँगा, क्योंकि कांग्रेस के लोग ये बोलते रहते हैं, ये दुष्प्रचार करते रहते हैं कि सरकार कोई काम नहीं कर रही। कौन से चश्मे से वो देखते हैं, उनका चश्मा पता नहीं लगता। परंतु मैं आप सबके बीच में आज ये भी बताना चाहता हूँ कि पिछले लगभग 11 वर्षों में, 11.5 वर्षों में हमने यहाँ विधानसभा जींद के क्षेत्र के विकास कार्यों के लिए 2,217 करोड़ 61। खैर अगे बातें हाँ और गल करांगे अकाली दल पुनर सुरजीत दी, जिसनूं छड्ड के जाण वाले मक्खन बराड़ ते ज्ञानी हरप्रीत सिंह दा पलटवार सामने आया। उन्होंने कहा कि तुसीं मैनूं दस रहे हो बीजेपी दा बंदा, जबकि तुहाडे पिता बीजेपी दे वड्डे आगूआं दे करीबी रहे ने। यह जवाब दिता गया है ज्ञानी हरप्रीत सिंह दे वल्लों, अपने अंदाज दे विच उन्होंने जवाब दिता है। और मक्खन बराड़ तुहाडे पिता दे बीजेपी लीडरां दे नाल निघे संबंध रहे ने। उन्होंने कहा अरुण जेटली दे करीबी सन तोता सिंह। तां ज्ञानी हरप्रीत सिंह दा कहना कि तुहाडे पिता पंथ दे गद्दार सन, जेकर तुहाडे पिता गद्दार नहीं तो मैं पंथ दा गद्दार किवें हो गया, छड्ड के गए कोई गम नहीं, ये कहा गया ज्ञानी हरप्रीत सिंह दे वल्लों। हाँ मक्खन सिंह बराड़ बड़ी सत्कारत नहीं। चलो कहते जी ज्ञानी हरप्रीत सिंह एजेंसियां दे ने, बीजेपी दे ने। सरदार मक्खन सिंह जी ਤੁਹਾਡੇ फादर साहब दे बीजेपी दे बहुत वड्डे लीडरां दे नाल बड़े निघे संबंध रहे है, तुहानूं ये गल नहीं कहनी चाहिए। अरुण जेटली वर्गियां नाल बड़े रिश्ते रहे ने ਤੁਹਾਡੇ फादर साहब दे। और कई बार जे प्रकाश सिंह बादल उन्हां दा काम नहीं सी ना करदा हुंदा ते अरुण जेटली तो ਤੁਹਾਡੇ फादर साहब ਜਾਂ बीजेपी ਦੇ ਵੱਡੇ ਲੀਡਰਾਂ ਤੋਂ ਤੁਹਾਡੇ फादर साहब ਜਿਹੜੇ ਆ ਉਹ ਪ੍ਰਕਾਸ਼ ਸਿੰਘ ਬਾਦਲ ਨੂੰ ਫੋਨ ਕਰਾਉਂਦੇ ਹੁੰਦੇ ਸੀ ਵੀ ਤੁਸੀਂ ਕਹੋ ਮੇਰੇ ਮੁੰਡੇ ਨੂੰ ਵੀ ਟਿਕਟ ਦੇਵੇ ਨਾਲ। ਗੱਲ ਕਹਿਣ ਤੋਂ ਪਹਿਲਾਂ ਥੋੜਾ ਸੋਚ ਲਈਦਾ ਹੁੰਦਾ ਹੈ। ਇਹ ਤੁਹਾਨੂੰ ਵੀ ਪਤਾ ਹੈ ਕਿ ਤੁਹਾਡੇ फादर साहब ਦੇ बीजेपी ਦੇ ਲੀਡਰਾਂ ਦੇ ਨਾਲ ਬਹੁਤ ਅੱਛੇ ਸਬੰਧ ਸੀ। कि वो पंथ के गदार सी, ते जे वो पंथ के गदार नहीं सी ते मैं पंथ का गदार किवें हो गया? तुसीं छड्ड के चले गए हो, कोई गम नहीं है, पर तुहानूं ये गल जिहड़ी है ये कहनी नहीं सी चाहिए। सरदार मक्खन सिंह जी तुसीं उन्हां लोकां चों जिन्हां ने श्री अकाल तख्त साहिब का नाम इस्तेमाल किया है अपने लीडरी चमकाउण वास्ते। ਜਦੋਂ ਲੱਗਿਆ ਕਿ ਅਕਾਲ ਤਖਤ ਮਹਾਨ ਹੈ, ਸਿੱਖ ਪੰਥ ਦੀ ਸ਼ਾਨ ਹੈ, ਇਹਦੇ ਨਾਲ ਐਮਐਲਏ ਬਣ ਸਕਦੇ ਆ ਤੇ ਅਕਾਲ ਤਖਤ ਮਹਾਨ ਹੈ, ਸਿੱਖ ਪੰਥ ਦੀ ਸ਼ਾਨ ਹੈ, ਤੁਸੀਂ ਨਾਰੇ ਲਾਏ। ਤੇ ਜਦੋਂ ਲੱਗਿਆ ਕਿ ਨਹੀਂ ਅਕਾਲ ਤਖਤ ਸਾਹਿਬ ਤੋਂ ਪਿੱਠ ਦੇ ਕੇ ਅਸੀਂ ਐਮਐਲਏ ਬਣ ਸਕਦੇ ਆ ਤੇ ਅਕਾਲ ਤਖਤ ਸਾਹਿਬ ਨੂੰ ਪਿੱਠ ਦੇ ਦੇ। ਗੁਰੂ ਕਦੇ ਮਾਫ ਨਹੀਂ ਕਰੂਗਾ ਤੁਹਾਨੂੰ, ਤੁਹਾਡੇ ਵਰਗਿਆਂ। ਪਰ ਮੈਂ ਆਪਣੇ ਬਾਰੇ ਦੱਸਣਾ, ਮੈਂ ਇਕੱਲਾ ਰਹਿ ਜਾ, ਮੈਂ ਪ੍ਰਧਾਨ ਨਾ ਰਵਾਂ, पर मैं अकाल तख्त साहब नूं पिठ दिखाउण वालियां दे नाल तुहानूं कदे भी, खास तौर ते भगौड़े दे नाल दल दे नाल मैं तुहानूं कदे भी जिंदगी च मैं खड़ा नहीं दिखूंगा। तो दरअसल इस तो पहला मनप्रीत आली ने भी मक्खन बराड़ ते तिखा पलटवार कीता सी और जिहड़े इल्जाम लगाए गए सन उसका जवाब दिता गया सी। उन्होंने कहा कि कौन है साडे नाल ते कौन नहीं, सानूं इसकी कोई परवाह नहीं है। और सीधे तौर पर इन्होंने कहा कि सच कदे छुपदा नहीं तो सिद्धांत कदे विकदे नहीं। जबकि बरजिंदर सिंह मक्खन बराड़ दे वल्लों और इल्जाम लगाए गए सन अकाल तख्त साहिब दे नां ते वड्डी साजिश रची गई। उन्होंने कहा उन्होंने जिहड़ा चुल्हा दल है वो तो छड्ड दिता। अज उन्होंने पोस्ट असी पढ़ी है और काफ़ी तलख सच्चाइयां भी अपनी पोस्ट कि किवें लोकां नूं गुमराह किया गया पंथ के नाम के उत्ते। हाले उन्होंने कहा भी है कि होर भी पर्दे खोलांगा। हाले उत्थों तक ही मेरी जानकारी है। बाकी असीं तां श्रोमणी अकाली दल ने तो पहले सारिਆਂ ਨੂੰ ਕਿਹਾ भी इस वेले समा है पंजाब नूं बचाउण दा ते श्रोमणी अकाली दल नूं इकट्ठे होकर मजबूत करना। जेकर साडे विच तां कोई आवे असीं तां हमेशा ही वेलकम करदे हां। ये चीज़ां हुण उन्हां नूं समझ आ गए। जी उन्होंने गल कही है कि वड्डी साजिश सी श्रोमणी अकाली दल नूं जिहड़ी बर्बाद करनी। यही असीं कहंदे सी। हुण उन्हां नूं सच्चाई समझ आ गई ते उन्हां नूं लग्या कि जिहड़ा मैं पार्टी दा होर नुकसान नहीं करना।
ਚੰਗੀ ਗੱਲ ਆ। ਇਸ ਕਰਕੇ ਪਾਰਟੀ ਨੇ ਤੇ ਹਮੇਸ਼ਾ ਹੀ ਦਰਵਾਜ਼ੇ ਖੁੱਲ੍ਹੇ ਰੱਖੇ ਆ, ਪਰ ਅੱਜ ਤੇ ਹਾਲੇ ਉਹਨਾਂ ਨੇ ਆਪਣਾ ਫੈਸਲਾ ਕੀਤਾ। ਅਗਲਾ ਫੈਸਲਾ ਉਹਨਾਂ ਨੇ ਕੀ ਲੈਣਾ ਉਹ ਉਹਨਾਂ ਨੂੰ ਪਤਾ ਹੋਣਾ। ਅੱਗੇ ਵਧਦੇ ਹਾਂ। ਉਧਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸੀਐਮ ਭਗਵੰਤ ਮਾਨ ਦੇ ਨਾਲ ਮੁਲਾਕਾਤ ਕੀਤੀ ਹੈ। ਕਪੂਰਥਲਾ ਦੇ ਵਿੱਚ ਸਤਲੁਜ ਦਰਿਆ ਤੇ ਤੁਸੀਂ ਬੰਨ੍ਹ ਦਾ ਮੁੱਦਾ ਚੁੱਕਿਆ ਗਿਆ ਹੈ। ਤੁਸੀਂ ਬੰਨ੍ਹ ਤੇ 99 ਕਿਲੋਮੀਟਰ ਪੱਕੀ ਸੜਕ ਬਣਵਾਉਣ ਦੀ ਮੰਗ ਰੱਖੀ ਗਈ ਹੈ ਤਾਂ ਬਰਸਾਤੀ ਮੌਸਮ ਤੋਂ ਪਹਿਲਾਂ ਪ੍ਰੋਜੈਕਟ ਦੀ ਸ਼ੁਰੂਆਤ ਹੋਵੇ, ਇਹ ਵੀ ਕਿਹਾ ਗਿਆ ਹੈ ਸੀਚੇਵਾਲ ਦੇ ਵੱਲੋਂ। ਤਾਂ ਗਿੱਦੜ ਪਿੰਡੀ ਤੋਂ ਫਿਲੌਰ ਤੱਕ ਜਿਹੜੀ 18 ਫੁੱਟ ਚੌੜੀ ਸੜਕ ਬਣਾਈ ਜਾਵੇ, ਇਹ ਮੰਗ ਰੱਖੀ ਗਈ ਹੈ। ਦੇਖਣਾ ਹੋਏਗਾ ਕਿ ਕੁਝ ਇਸ ਮੰਗ ਨੂੰ ਲੈ ਕੇ ਵਿਚਾਰ ਤਾਂ ਇਹ ਤਸਵੀਰ ਦਿਖਾ ਰਹੇ ਹਾਂ ਜਦੋਂ ਮੁਲਾਕਾਤ ਹੋਈ ਹੈ। ਇਸ ਤੋਂ ਪਹਿਲਾਂ ਵੀ ਜੇਕਰ ਜ਼ਿਕਰ ਕੀਤਾ ਜਾਵੇ ਸੰਤ ਸੀਚੇਵਾਲ ਦਾ, ਹਾਲਾਂਕਿ ਉਹ ਰਾਜ ਸਭਾ ਮੈਂਬਰ ਨੇ, ਪਰ ਕੁੱਲ ਮਿਲਾ ਕੇ ਉਹਨਾਂ ਨੂੰ ਸਿੱਧੇ ਤੌਰ ਤੇ ਜਿਹੜੇ ਪਾਣੀ ਨੂੰ ਲੈ ਕੇ ਹਮੇਸ਼ਾ ਤੋਂ ਹੀ ਉਹਨਾਂ ਦਾ ਸੁਨੇਹਾ ਹੁੰਦਾ ਹੈ। ਪਹਿਲ ਦੇ ਆਧਾਰ ਤੇ ਉਹਨਾਂ ਦੇ ਵੱਲੋਂ ਪਾਣੀਆਂ ਨੂੰ ਲੈ ਕੇ ਜਿਹੜਾ ਕੰਮ ਹੈ ਉਹ ਕੀਤਾ ਜਾਂਦਾ ਹੈ ਪੰਜਾਬ ਦੇ ਲਈ ਵੀ। ਔਰ ਇਸੇ ਦੇ ਚੱਲਦੇ ਜੇਕਰ ਗੱਲ ਕੀਤੀ ਜਾਵੇ ਤੁਸੀਂ ਬੰਨ੍ਹ ਦੀ, ਤਾਂ ਉਹਨਾਂ ਨੇ ਤੁਸੀਂ ਬੰਨ੍ਹ ਤੇ 99 ਕਿਲੋਮੀਟਰ ਪੱਕੀ ਸੜਕ ਬਣਾਉਣ ਦੀ ਮੰਗ ਰੱਖੀ। ਅੱਗੇ ਵਧਾਂਗੇ, ਗੱਲ ਕਰਾਂਗੇ ਐਲਪੀਜੀ ਕਿੱਲਤ ਦੀ। ਤਾਂ ਜਿੱਥੇ ਸਾਰੇ ਲੋਕ ਐਲਪੀਜੀ ਦੀ ਕਿੱਲਤ ਤੋਂ ਪਰੇਸ਼ਾਨ ਨੇ, ਉੱਥੇ ਹੀ ਮੋਗਾ ਦੇ ਇੱਕ ਪਰਿਵਾਰ ਨੂੰ ਗੈਸ ਖਤਮ ਹੋਣ ਦੀ ਕੋਈ ਚਿੰਤਾ ਨਹੀਂ ਹੈ ਅਤੇ ਨਾ ਹੀ ਕਤਾਰਾਂ ਦੇ ਵਿੱਚ ਖੜ ਕੇ ਐਲਪੀਜੀ ਸਿਲੰਡਰ ਲੈਣ ਦੀ ਹੈ। ਇਹ ਸਾਰਾ ਪਰਿਵਾਰ ਗੈਸ ਚੁੱਲ੍ਹੇ ਤੇ ਸਾਰਾ ਖਾਣਾ ਪਕਾ ਵੀ ਰਿਹਾ ਹੈ। ਦਰਅਸਲ ਇਹ ਪਰਿਵਾਰ ਬਾਇਓ ਗੈਸ ਦੀ ਵਰਤੋਂ ਕਰਕੇ ਘਰ ਦੇ ਵਿੱਚ ਚੁੱਲ੍ਹਾ ਬਾਲਦੇ ਨੇ, ਜੋ ਉਹਨਾਂ ਨੇ 2011 ਦੇ ਵਿੱਚ ਲਗਵਾਇਆ ਸੀ। ਇਸ ਦੇ ਜ਼ਰੀਏ ਕਿਸਾਨ ਨਿਰਮਲ ਸਿੰਘ 1.5 ਲੱਖ ਰੁਪਏ ਦੀ ਬਚਤ ਕਰ ਚੁੱਕੇ ਹਨ। ਐਲਪੀਜੀ ਗੈਸ ਸੰਕਟ ਨੇ ਜਿੱਥੇ ਲੋਕਾਂ ਨੂੰ ਪੁਰਾਣਾ ਉਹ ਸਮਾਂ ਯਾਦ ਕਰਵਾਇਆ ਜਦੋਂ ਗੈਸ ਸਿਲੰਡਰ ਲਈ ਕਈ ਦਿਨ ਇੰਤਜ਼ਾਰ ਕਰਨਾ ਪੈਂਦਾ ਸੀ, ਉੱਥੇ ਹੀ ਇਸ ਸੰਕਟ ਦੇ ਵਿਚਾਲੇ ਹੋਰ ਬਦਲ ਕੀ ਹੋ ਸਕਦੇ ਨੇ, ਇਹ ਵੀ ਜਾਣਨਾ ਜ਼ਰੂਰੀ ਹੈ। ਇਹ ਮੋਗਾ ਦੇ ਪਿੰਡ ਰਾਜਿਆਣਾ ਦਾ ਕਿਸਾਨ ਨਿਰਮਲ ਸਿੰਘ ਹੈ ਅਤੇ ਉਹਨਾਂ ਦਾ ਪਰਿਵਾਰ। ਬੇਸ਼ੱਕ ਦੇਸ਼ ਦੁਨੀਆ 'ਚ ਸਭ ਨੂੰ ਐਲਪੀਜੀ ਗੈਸ ਦੀ ਚਿੰਤਾ ਹੈ, ਪਰ ਇਹ ਪਰਿਵਾਰ ਬਿਲਕੁਲ ਨਿਸ਼ਚਿੰਤ ਹੈ, ਜਿਨ੍ਹਾਂ ਨੂੰ ਨਾ ਤਾਂ ਗੈਸ ਏਜੰਸੀ ਦੇ ਬਾਹਰ ਲੰਬੀਆਂ ਕਤਾਰਾਂ 'ਚ ਖੜਨ ਦੀ ਚਿੰਤਾ ਹੈ ਅਤੇ ਨਾ ਹੀ ਕੋਈ ਗੈਸ ਦੀ ਕਿੱਲਤ ਹੈ, ਕਿਉਂਕਿ ਇਹ ਪਰਿਵਾਰ ਬਾਇਓਗੈਸ ਦੀ ਵਰਤੋਂ ਕਰਕੇ ਘਰ 'ਚ ਚੁੱਲ੍ਹਾ ਬਾਲਦੇ ਨੇ, ਜੋ ਇਹਨਾਂ ਦੇ ਪਿਤਾ ਨੇ 2011 'ਚ ਲਗਵਾਇਆ ਸੀ, ਜਿਸ ਦੇ ਜ਼ਰੀਏ ਹੁਣ ਤੱਕ ਕਿਸਾਨ ਨਿਰਮਲ ਸਿੰਘ 1.5 ਲੱਖ ਰੁਪਏ ਦੀ ਬਚਤ ਕਰ ਚੁੱਕਿਆ। ਸਭ ਤੋਂ ਪਹਿਲਾਂ ਜਾਣਦੇ ਹਾਂ ਬਾਇਓਗੈਸ ਬਣਦੀ ਕਿਵੇਂ ਹੈ ਤੇ ਲਾਗਤ ਕੀ ਹੈ। ਇਹ ਸੀਮੈਂਟ ਤੇ ਇੱਟਾਂ ਦੇ ਨਾਲ ਬਣਿਆ ਬਾਇਓਗੈਸ ਪਲਾਂਟ ਟੈਂਕ, ਜਿਸ ਦੇ ਵਿੱਚ ਰੋਜ਼ਾਨਾ ਗੋਬਰ ਅਤੇ ਪਾਣੀ ਮਿਲਾ ਕੇ ਪਾਉਣਾ ਪੈਂਦਾ ਹੈ। ਬਾਲਣਯੋਗ ਗੈਸ ਬਣ ਕੇ ਚੁੱਲ੍ਹਿਆਂ ਤੱਕ ਪਹੁੰਚਦੀ ਹੈ। ਕਿਸਾਨ ਨਿਰਮਲ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਘਰ ਦੇ ਵਿੱਚ ਦੁੱਧ ਦੇ ਲਈ ਪਸ਼ੂ ਰੱਖੇ ਹੋਏ ਨੇ, ਜਿਸ ਤੋਂ ਨਿਕਲਣ ਵਾਲੀ ਗੋਬਰ ਦਾ ਸਹੀ ਉਪਯੋਗ ਹੁੰਦਾ ਹੈ। ਇਸ ਆਧੁਨਿਕ ਯੁੱਗ ਦੇ ਵਿੱਚ ਚਾਹੇ ਅਸੀਂ ਆਧੁਨਿਕ ਚੀਜ਼ਾਂ ਦੇ ਆਦੀ ਹੋ ਗਏ ਹਾਂ, ਲੇਕਿਨ ਅਖੀਰ ਕੰਮ ਆਉਂਦੀਆਂ ਨੈਚੁਰਲ ਚੀਜ਼ਾਂ। ਉਹ ਨੈਚੁਰਲ ਚੀਜ਼ ਕੀ ਹੈ ਦਿਖਾਵਾਂਗੇ ਤੁਹਾਨੂੰ। ਇਹ ਤੁਸੀਂ ਇੱਧਰ ਦੇਖ ਸਕਦੇ ਹੋ ਕਿ ਨਿਰਮਲ ਸਿੰਘ ਜੀ ਦਾ ਇੱਕ ਘਰ ਦੇ ਨਾਲ ਛੋਟੀ ਜਿਹੀ ਜਗ੍ਹਾ ਦੇ ਵਿੱਚ ਬਾਇਓਗੈਸ ਪਲਾਂਟ ਲੱਗਾ ਹੋਇਆ ਹੈ। ਬਾਇਓਗੈਸ ਦੇ ਨਾਲ ਹੀ ਇਹਨਾਂ ਦੇ ਘਰ ਦਾ ਚੁੱਲ੍ਹਾ ਜਲਦਾ ਹੈ। ਨਾ ਇਸ ਦਾ ਕੋਈ ਰਿਸਕ ਹੈ, ਚਾਹੇ ਗੈਸ ਸਟੋਰ ਹੈ, ਘਰ ਦੇ ਬਾਹਰ ਸਟੋਰ ਹੈ, ਉਹਦੀਆਂ ਪਾਈਪਾਂ ਘਰ ਦੇ ਬਾਹਰ ਜਾਂਦੀਆਂ। ਆਹ ਜਿਹੜੀ ਪਾਈਪ ਹੈ ਪਾਣੀ ਵਾਲੀ, ਇਹਦੇ ਨਾਲ ਇਹ ਗੋਹਾ ਪਤਲਾ ਕੀਤਾ ਜਾਂਦਾ, ਘੋਲਿਆ ਜਾਂਦਾ ਹੈਗਾ, ਫਿਰ ਇਹ ਥੱਲੇ ਚਲਿਆ ਜਾਂਦਾ। ਉੱਤੇ ਪਾਈਪ ਲੱਗੀ ਹੋਈ ਹੈ, ਪਾਈਪ ਨਾਲ ਥੱਲੇ ਚਲਿਆ ਜਾਂਦਾ ਹੋਇਆ। ਫਿਰ ਇਹ ਪਾਈਪ ਦੇ ਉਤਾਂਹ ਨੂੰ ਜਦੋਂ ਉੱਪਰ ਨੂੰ ਆਉਂਦਾ ਹੈਗਾ, ਉਦੋਂ ਸਾਰਾ ਯਾਨੀ ਥੱਲੇ ਜਿਹੜਾ ਟੈਂਕ ਆ ਗੋਹੇ ਦਾ ਭਰਿਆ ਹੋਇਆ ਉਹ ਹਿਲਦਾ ਹੈ। ਹਿੱਲਣ ਦੇ ਨਾਲ ਹਾਂਜੀ ਤੇ ਉਹ ਗੈਸ ਜਿਹੜਾ ਹੈ ਉਹਦੇ ਵਿੱਚ ਬਣਦਾ ਹੈਗਾ, ਤੇ ਇਸ ਪਾਈਪ ਦੇ ਰਾਹੀਂ ਇਸ ਟੈਂਕ ਦੇ ਵਿੱਚੋਂ ਥੱਲੇ ਗੋਬਰ ਰਹਿ ਗਿਆ, ਗੈਸ ਉੱਪਰ ਆ ਜਾਣੀ ਹੈ। ਇਸ ਟੈਂਕ ਦੇ ਵਿੱਚੋਂ ਜਿਹੜਾ ਗੈਸ ਹੈ ਤੇ ਉਹ ਅੱਗੇ ਰਸੋਈ ਤੱਕ ਜਾਂਦਾ ਹੈ ਜੀ। ਹੁਣ ਤੁਹਾਨੂੰ ਦੱਸਦੇ ਹਾਂ ਬਾਇਓਗੈਸ ਪਲਾਂਟ ਤੇ ਲਾਗਤ ਕੀ ਹੈ ਤੇ ਕਮਾਈ ਕੀ ਹੈ। ਦਰਅਸਲ ਇਹ ਪਲਾਂਟ ਲਗਭਗ 25 ਗੱਜ ਖੇਤਰ ਦੇ ਵਿੱਚ ਬਣਾਇਆ ਗਿਆ ਤੇ ਕਰੀਬ 20,000 ਰੁਪਏ ਦੀ ਲਾਗਤ ਦੇ ਨਾਲ ਤਿਆਰ ਕੀਤਾ ਗਿਆ। ਘਰ ਦੇ ਵਿੱਚ ਦੁੱਧ ਲਈ ਪਸ਼ੂ ਰੱਖੇ ਹੋਏ ਨੇ, ਜਿਸ ਦੇ ਰਾਹੀਂ ਗੋਬਰ ਦਾ ਸਹੀ ਇਸਤੇਮਾਲ ਹੋ ਰਿਹਾ ਹੈ। ਕਿਸਾਨ ਨਿਰਮਲ ਸਿੰਘ ਨੇ ਪਿਛਲੇ 15 ਸਾਲਾਂ ਦੇ ਵਿੱਚ ਕਰੀਬ 1.5 ਲੱਖ ਰੁਪਏ ਦੀ ਬਚਤ ਕੀਤੀ ਹੈ। ਰੋਜ਼ਾਨਾ ਸਿਰਫ 2 ਟੋਕਰੀ ਗੋਬਰ ਦੇ ਨਾਲ ਪਾਣੀ ਮਿਲਾ ਕੇ ਇਸ ਟੈਂਕ ਦੇ ਵਿੱਚ ਪਾਉਣਾ ਹੁੰਦਾ ਹੈ। ਸਵੇਰੇ ਇਹ ਪ੍ਰਕਿਰਿਆ ਕਰਨ ਤੋਂ ਬਾਅਦ ਸ਼ਾਮ ਤੱਕ ਇਹ ਗੈਸ ਬਣ ਕੇ ਤਿਆਰ ਹੋ ਜਾਂਦੀ ਹੈ ਤੇ ਜਿਸ ਦੇ ਨਾਲ ਇਹਨਾਂ ਦੇ 5 ਪਰਿਵਾਰਕ ਮੈਂਬਰਾਂ ਦਾ ਖਾਣਾ ਆਰਾਮ ਦੇ ਨਾਲ ਬਣ ਜਾਂਦਾ ਹੈ। ਬਾਇਓਗੈਸ ਪੂਰੀ ਤਰ੍ਹਾਂ ਦੇ ਨਾਲ ਸੁਰੱਖਿਅਤ ਹੈ ਅਤੇ ਇਸ ਦੇ ਵਿੱਚ ਗੈਸ ਲੀਕੇਜ ਜਾਂ ਅੱਗ ਲੱਗਣ ਦਾ ਵੀ ਕੋਈ ਖਤਰਾ ਨਹੀਂ ਹੁੰਦਾ। ਜ਼ੀਰੋ ਹੈ ਜੀ ਬਿਲਕੁਲ। 15 ਸਾਲਾਂ ਦੇ ਵਿੱਚ ਸਿਰਫ ਅਸੀਂ ਇੱਕ ਪਾਈਪ ਬਦਲਿਆ ਹੋ, ਜਿਹੜਾ ਤਕਰੀਬਨ 100 ਫੁੱਟ ਰੱਸਾ ਪਾਈਪ ਹੈ, ਸਸਤਾ ਜਿਹਾ ਵੀ 5-7 ਰੁਪਏ ਫੁੱਟ ਆ ਜਾਂਦਾ ਹੈ, ਉਹੀ ਬਦਲਿਆ ਅਸੀਂ 15 ਸਾਲਾਂ ਦੇ ਵਿੱਚ। ਤੇ ਜਾਂ ਇੱਕ ਗੈਸ ਚੁੱਲ੍ਹਾ ਬਦਲਿਆ ਜਿਹੜਾ 1000 ਰੁਪਏ ਦਾ ਹੋਊਗਾ, ਤੇ ਹੋਰ ਕਿਸੇ ਦਾ ਕੋਈ ਮੇਨਟੇਨੈਂਸ ਨਹੀਂਗਾ। ਤੇ ਬਾਕੀ ਇਹ ਜਗ੍ਹਾ ਦੀ ਗੱਲ ਕਰੀਏ ਤਾਂ ਇਹ ਸਿਰਫ 1 ਮਰਲਾ ਘੇਰਦਾ ਹੈ। 1 ਮਰਲੇ ਦੇ ਵਿੱਚੋਂ ਵੀ ਜਾਣੀ ਜਿਹੜਾ ਜੈਤੋਂ ਸ਼ਾਇਰਾਂ ਦੀ ਧਰਤੀ
ਨਾਵਲਕਾਰਾਂ ਦੀ ਧਰਤੀ, ਸ਼ਹੀਦਾਂ ਦੀ ਧਰਤੀ ਜੈਤੋਂ, ਤੇ ਉਸ ਧਰਤੀ ਦੇ ਉਸ ਪਾਣੀ ਨੂੰ ਪੀਣ ਵਾਲੇ ਸਤਿਕਾਰਯੋਗ ਬਜ਼ੁਰਗ, ਨੌਜਵਾਨ ਵੀਰ, ਮਾਵਾਂ, ਭੈਣਾਂ, ਛੋਟੇ ਬੱਚੇ, ਜਿੰਨੇ ਕਦਮ ਵੀ ਚੱਲ ਕੇ ਆਏ ਹੋ, ਸਾਡੇ ਸਿਰ ਮੱਥੇ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਟੇਜ ਤੇ ਮੇਰੇ ਕੈਬਨਿਟ ਦੇ ਸਾਥੀ, ਹੈਲਥ ਮਿਨਿਸਟਰ ਡਾਕਟਰ ਬਲਵੀਰ ਜੀ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਜੀ, ਸਾਡੇ ਐਮਐਲਏ ਮੁਕਤਸਰ ਕਾਕਾ ਬਰਾੜ ਜੀ, ਐਮਐਲਏ ਧਰਮਕੋਟ ਲਾਡੀ ਢੋਸ ਜੀ, ਐਮਐਲਏ ਸਾਡੇ ਆਪਣੇ ਤੁਹਾਡੇ ਅਮੋਲਕ ਜੀ, ਐਮਐਲਏ ਕੋਟਕਪੂਰਾ ਤੇ ਪੰਜਾਬ ਦੀ ਮੁਕੱਦਸ ਵਿਧਾਨ ਸਭਾ ਦੇ ਸਪੀਕਰ, ਸਭ ਦੇ ਸਤਿਕਾਰਯੋਗ ਸ੍ਰੀ ਕੁਲਤਾਰ ਸਿੰਘ ਸੰਧਵਾ ਜੀ, ਜਿੰਨੇ ਵੀ ਸਾਡੇ ਦਰਮਿਆਨ ਚੇਅਰਮੈਨ, ਪਾਰਟੀ ਦੇ ਵੱਖ-ਵੱਖ ਅਹੁਦਿਆਂ ਦੇ ਕੰਮ ਕਰਦੇ, ਬਲਾਕ ਪ੍ਰਧਾਨ, ਜ਼ਿਲ੍ਹਾ ਪ੍ਰਧਾਨ, ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਜੀ। ਦੋਸਤੋ, ਇਹ ਕੋਈ ਪੋਲੀਟੀਕਲ ਰੈਲੀ ਨਹੀਂ ਹੈਗੀ, ਇਹ ਆਪਸ ਦੇ ਵਿੱਚ ਇੱਕ ਦੂਜੇ ਨਾਲ ਗੱਲਾਂ ਕਰਨ ਦਾ, ਸੰਵਾਦ ਰਚਾਉਣ ਦਾ ਸਮਾਂ, ਇੱਕ ਮਾਧਿਅਮ ਹੈ। ਵੀਰੋ, ਬੜੀਆਂ ਸਰਕਾਰਾਂ ਤੁਸੀਂ ਬਣਾਈਆਂ, ਬੜੀਆਂ ਮਿਟਾਈਆਂ, ਫਿਰ ਬਣਾਈਆਂ, ਫਿਰ ਢਾਈਆਂ, ਗੱਲ ਬਣੀ ਨਹੀਂ। ਲੱਗਦਾ ਸੀ 5 ਸਾਲ ਦੂਜਿਆਂ ਨੂੰ ਦੇ ਕੇ ਦੇਖ ਲੈਂਦੇ ਆ, ਸ਼ਾਇਦ ਜਿਹੜੇ ਪਹਿਲੇ ਨੇ ਇਹ 5 ਸਾਲਾਂ 'ਚ ਠੀਕ ਹੋ ਜਾਣਗੇ, ਝਟਕਾ ਲੱਗੂਗਾ, ਪਰ ਗੱਲ ਬਣੀ ਨਹੀਂ। ਮੈਂ ਆ ਬੇਨਤੀ ਕਰਦਾ ਮੇਰੇ ਵੀਰ ਨੂੰ, ਹੈਲੋ ਥੱਲੇ ਬਹਿ, ਉਹ ਦੂਜਾ ਵੀਰ ਵੀ ਇਹਨੂੰ ਕਹਿ ਦੇ, ਇਹਨੂੰ ਵੀ ਕਹਿ, ਬਹਿ ਜਾ ਥੱਲੇ, ਕੈਮਰਾ ਥੱਲੇ ਲੈ ਜਾ, ਤਾਂ ਜਾ ਆਪ ਥੱਲੇ। ਹਾਂ, ਧੰਨਵਾਦ ਵੀਰੋ। ਪਹਿਲੇ ਨੂੰ ਛੱਡ ਕੇ ਦੂਜੇ ਕੋਲੇ ਇਸ ਉਮੀਦ 'ਚ ਜਾਂਦੇ ਰਹੇ ਕਿ ਸ਼ਾਇਦ ਠੀਕ ਹੋ ਗਿਆ ਹੋਣਾ। ਜਦੋਂ ਦੂਜੇ ਨੇ ਉਦੋਂ ਬਾਅਦ ਕੁੱਟਿਆ ਤੇ ਉਦੋਂ ਬਾਅਦ ਲੁੱਟਿਆ, ਦੂਜੇ ਨੂੰ ਛੱਡ ਕੇ ਫੇਰ ਪਹਿਲੇ ਕੋਲੇ, ਸ਼ਾਇਦ ਇਹ ਠੀਕ ਹੋ ਗਿਆ ਹੋਣਾ, ਪਰ ਗੱਲ ਬਣੀ ਨਹੀਂ। ਗੱਲ ਕਦੋਂ ਬਣੀ? ਜਦੋਂ ਦੋਨਾਂ ਨੂੰ ਛੱਡ ਕੇ ਤੀਜੇ ਕੋਲੇ ਆਏ, ਜਦੋਂ ਝਾੜੂ ਚਲਾਇਆ 2022 ਚ, 16 ਮਾਰਚ 2022 ਨੂੰ ਖਟਕੜ ਕਲਾਂ ਜਾ ਕੇ ਸਹੁੰ ਖਾਦੀ ਸਾਰਿਆਂ ਨੇ, ਚੱਲ ਵੀ ਭਗਤ ਸਿੰਘ ਜੀ ਤੁਹਾਡੇ ਸੁਪਨਿਆਂ ਦੀ ਆਜ਼ਾਦੀ ਨੂੰ ਲੋਕਾਂ ਤੱਕ ਪਹੁੰਚਾਵਾਂਗੇ, ਵਧੀਆ ਸਕੂਲ ਬਣਾਵਾਂਗੇ, ਹਸਪਤਾਲ ਬਣਾਵਾਂਗੇ, ਇਲਾਜ ਫ੍ਰੀ ਕਰਾਵਾਂਗੇ, ਬੱਚਿਆਂ ਨੂੰ ਪੜ੍ਹਾਵਾਂਗੇ, ਸੜਕਾਂ ਬਣਾ ਦਿਆਂਗੇ, ਪੀਣ ਵਾਲਾ ਪਾਣੀ, ਛੱਪੜ, ਟੋਬੇ ਸਾਰਾ ਹੱਲ ਕਰ ਦਿਆਂਗੇ। ਭਗਤ ਸਿੰਘ ਤੈਂ ਜਿਹੜੀ ਆਜ਼ਾਦੀ ਸੋਚੀ ਸੀ ਉਹ ਆਜ਼ਾਦੀ ਪੰਜਾਬ ਦੇ ਘਰਾਂ 'ਚ ਪਹੁੰਚਾਵਾਂਗੇ। ਉਦੋਂ ਥੋੜਾ ਜਿਹਾ ਮੋੜਾ ਪੈਣਾ ਸ਼ੁਰੂ ਹੋਇਆ, ਮੋੜਾ। 70 ਸਾਲ ਇੱਕ ਪਾਸੇ, 4 ਸਾਲ ਇੱਕ ਪਾਸੇ। ਤੋ ਵੀਰੋ, ਆ ਤੁਹਾਡਾ ਜਿਹੜਾ ਇਕੱਠ ਹੈ, ਕੋਈ ਦਿਹਾੜੀ ਤੇ ਨਹੀਂ ਲਿਆਂਦੇ ਤੁਸੀਂ, ਕੋਈ ਤੁਹਾਨੂੰ ਲਾਲਚ ਦੇ ਕੇ ਨਹੀਂ ਲਿਆਂਦਾ ਗਿਆ, ਕੋਈ ਤੁਹਾਨੂੰ ਖਾਨਾ ਪੂਰਤੀ ਵਾਸਤੇ ਵੀ ਤੁਸੀਂ ਸਾਡੇ ਗਏ ਸੀ, ਅਸੀਂ ਤੁਹਾਡੇ ਗਏ ਸੀ, ਇਸ ਤਰ੍ਹਾਂ ਪੀੜੀ ਤੇ ਬੰਦੇ ਨਹੀਂ ਲਿਆਂਦੇ ਗਏ, ਤੁਸੀਂ ਆਪ ਆਏ ਹੋ। ਔਰ ਹਲਕੇ ਦਾ ਇਕੱਠ ਹੈ, ਮੋਲਕ ਨੇ ਜਿਵੇਂ ਦੱਸਿਆ, ਇਹ ਹਲਕੇ ਦਾ ਇਕੱਠ ਹੈ। ਵੀਰੋ, ਜੇ ਇੰਨਾ ਕੁ ਜਿੰਨਾ ਇਕੱਠ ਹੈ, ਜੇ ਇਹ ਤੇ ਇਹਨਾਂ ਦੇ ਟੱਬਰੀ ਭੁਗਤ ਜਾਣ, ਸੀਟ ਤਾਂ ਫੇਰ ਜਿੱਤੀ ਪਈ ਹੈ, ਜੈਤੋਂ ਤਾਂ ਫੇਰ ਨਿਕਲਿਆ ਪਿਆ ਕੰਮ। ਪਰ ਥੋੜੀਆਂ ਚੀਕ ਬਹੁਤ ਬਹੁਤ ਮਿਹਰਬਾਨੀ ਵੀਰੋ। ਜੈਤੋਂ ਦੀ ਧਰਤੀ ਇਤਿਹਾਸ ਲਿਖਦੀ ਹੈ। ਪੈਪਸੂ ਦੇ ਵਿੱਚ ਰਾਮਨਾਥ ਜੀ, ਸੇਠ ਰਾਮਨਾਥ ਜੀ ਪੈਪਸੂ ਦੇ ਪਹਿਲੇ ਮੰਤਰੀ ਬਣੇ। ਇੱਥੋਂ ਸਹੁੰ ਚੁੱਕਣ ਜਦੋਂ ਗਏ, ਪਟਿਆਲੇ ਵਾਲਾ ਰਾਜਾ ਕਹਿੰਦਾ ਅਸ਼ਕਰ ਪਾ ਕੇ ਆਓ, ਧੋਤੀ ਨਹੀਂ ਚੱਲਦੀ, ਧੋਤੀ ਪਾ ਕੇ ਚਲੇ ਗਏ ਸੀ। ਉਹ ਕਹਿੰਦਾ ਮੈਂ ਸਹੁੰ ਹੀ ਨਹੀਂ ਚੱਕਣੀ, ਜਾਂ ਕਰ ਲੋ ਜੋ ਕਰਨਾ ਹੈ, ਮੈਂ ਤਾਂ ਧੋਤੀ 'ਚ ਹੀ ਸਹੁੰ ਚੱਕੂ, ਸਾਡੀ ਡਰੈਸ ਇਹ ਹੈ। ਬੜੀ ਮੁਸ਼ਕਲ ਨਾਲ ਮਨਾਇਆ ਗਿਆ। ਐਡੇ
ਅਸੂਲਾਂ ਦੇ ਪੱਕੇ ਬੰਦੇ ਆ ਜੈਤੋਂ ਵਾਲੇ। ਸੇਠ ਰਾਮਨਾਥ ਜੀ, ਉਹਨਾਂ ਨੇ ਪੰਜਾਬੀ ਸੂਬੇ ਦੀ ਗੱਲ ਕੀਤੀ ਪਹਿਲੀ ਵਾਰੀ। ਜੈਤੋਂ ਦਾ ਨਾਂ, ਵੇ ਤੂੰ ਜੈਤੋਂ ਵਾਲੇ ਤਾਰੀ ਵਾਂਗੂ ਧਰਮਰਾਜ ਬਣ ਬਹਿੰਦਾ ਸੀ। ਦੀਪਕ ਜਤੋਈ ਜਿਹਨੇ ਲਿਖਿਆ ਆਲਮ ਆਏ ਸਾਂਭ ਕੁੰਜੀਆਂ ਧੀਆਂ ਕਰ ਚੱਲੀਆਂ ਸਰਦਾਰੀ। ਗੁਰਦਿਆਲ ਸਿੰਘ ਨਾਵਲਕਾਰ, ਜੈਤੋਂ ਦਾ ਮੋਰਚਾ, ਕਿੱਡੇ ਕਿੱਡੇ ਇਤਿਹਾਸ ਤੁਹਾਡੇ ਨਾਂ ਤੇ ਲਿਖੇ ਪਏ ਆ ਵੀਰੋ। ਕਮਾਲ ਚੀਜ਼ ਹੈ। ਇਸ ਧਰਤੀ ਨੂੰ ਸਲਾਮ ਹੈ। ਇਸ ਧਰਤੀ ਨੇ ਉਹ ਯੋਧੇ ਪੈਦਾ ਕੀਤੇ ਹੈ ਸਾਹਿਤ 'ਚ, ਸੰਗਰਾਮ 'ਚ, ਜਿਹੜੇ ਮਰਜ਼ੀ ਫੀਲਡ ਦੇ ਵਿੱਚ ਲੋੜ ਪਈ ਜੈਤੋਂ ਅੱਗੇ ਆ ਕੇ ਖੜ ਗਿਆ। ਸਾਡੀ ਜਿਹੜੀ ਹੈ ਹਿੱਸੇਦਾਰੀ ਵਿੱਚ ਪਾਓ ਜੀ ਉਸ ਸੰਗਰਾਮ 'ਚ। ਸਲਾਮ ਹੈ ਤੁਹਾਨੂੰ ਵੀਰੋ। ਇਹਨਾਂ ਨੂੰ ਕੀ ਪਤਾ ਆਜ਼ਾਦੀ ਕਿਹੜੇ ਭਾਅ ਮਿਲੀ ਹੈ ਵੀਰੋ। ਇਹਨਾਂ ਦਾ ਕੋਈ ਨਾਨਾ ਨਾਨੀ, ਇਹਨਾਂ ਦਾ ਕੋਈ ਦਾਦਾ ਦਾਦੀ, ਇਹਨਾਂ ਦਾ ਕੋਈ ਭੂਆ ਫੁੱਫੜ ਪਾਕਿਸਤਾਨ ਤੋਂ ਆਇਆ ਹੋਵੇ ਤਾਂ ਪਤਾ ਲੱਗੇ। ਇਹਦਾ ਖਾਨਦਾਨੀ ਜ਼ਮੀਨਾਂ ਜਮੂਨਾਂ ਲੈ ਲੀਆਂ, ਫਿਰ ਬੱਸਾਂ ਦੱਬ ਲੀਆਂ ਲੋਕਾਂ ਦੀਆਂ, ਫਿਰ ਢਾਬੇ ਦੱਬ ਲਏ। ਹੁਣ ਕਹਿੰਦੇ ਅਸੀਂ ਖਾਨਦਾਨੀ ਆ। ਆ ਭਗਵੰਤ ਮਾਨ ਦੇ ਨਾਲ ਨੇ ਜਿਹੜੇ ਮਲੰਗ ਨੇ। ਲੈ ਦੱਸੋ ਯਾਰ, ਆਪਾਂ ਨੂੰ ਮਲੰਗ ਹੀ ਦੱਸਦੇ ਆ ਯਾਰ। ਮਲੰਗ ਕੀਤਾ ਕੀ ਨਹੀਂ ਭਾਈ? ਤੁਸੀਂ ਮਲੰਗ ਕੀਤਾ ਸਾਨੂੰ। ਤੁਸੀਂ ਸਾਡੇ ਹਿੱਸੇ ਦਾ ਸਭ ਕੁਝ ਖਾ ਗਏ, ਸਾਡੇ ਜਵਾਕਾਂ ਦੇ ਹਿੱਸੇ ਦੀ ਪੜ੍ਹਾਈ ਖਾ ਗਏ, ਤੁਸੀਂ ਖਾਨਦਾਨੀ ਬਣ ਗਏ। ਸਾਡੇ ਬਜ਼ੁਰਗਾਂ ਦੇ ਹਿੱਸੇ ਦੀ ਦਵਾਈ ਖਾ ਗਏ, ਤੁਸੀਂ ਖਾਨਦਾਨੀ ਬਣ ਗਏ। ਸਾਡੇ ਨੌਜਵਾਨਾਂ ਦੇ ਹਿੱਸੇ ਦੇ ਰੋਜ਼ਗਾਰ ਦੀ ਗਰੰਟੀ ਖਾ ਗਏ, ਤੁਸੀਂ ਖਾਨਦਾਨੀ ਬਣ ਗਏ। ਅਸੀਂ ਮਲੰਗ ਰਹਿ ਗਏ ਯਾਰ। ਕੋਈ ਗੱਲ ਨਹੀਂ ਸੁਖਵੀਰ ਸਿਆ, ਮਲੰਗ ਦੱਸਦਾ ਸਾਨੂੰ। ਕੋਈ ਗੱਲ, ਤੇਰੀ ਧੌਣ 'ਚ ਹਜੇ ਥੋੜਾ ਜਿਹਾ ਕਿੱਲਾ ਰਹਿ ਗਿਆ 3 ਸੀਟਾਂ ਵਾਲਾ, ਉਹ ਵੀ ਕੱਢ ਦਿਆਂਗੇ ਬਸ।